ਸਾਹਮਣੇ ਚੱਲ ਰਿਹਾ ਟਰੈਕਟਰ, ਹਾਂਜੀ ਥ੍ਰੈਸ਼ਰ ਤੇ ਚੱਲਿਆ ਟਰੈਕਟਰ, ਉਹਨੇ ਕੋਈ ਧੂੰ ਦੀ ਲੱਸ ਵਿਖਾਈ ਹੋਵੇ, ਤੁਸੀਂ 85 ਜੋ ਦਿਓ ਇੱਥੇ ਲਿਆ ਕੇ ਜੇ ਲੰਬੂ ਨਾ ਕੱਢੇਗਾ ਤਾਂ ਮੈਨੂੰ ਕਹਿਣਾ। ਮੇਰੇ ਕੋਲ 85 ਵੀ ਹੈਗਾ, ਮੈਨੂੰ ਕੋਈ 85 ਮੈਂ ਕਿਹੜਾ ਚਲਾਇਆ ਨਹੀਂ ਜਾਂ ਮੇਰੇ ਕੋਲ ਹੈਗਾ ਨਹੀਂ। ਮੈਂ ਵਾਈਟੀਓ ਲੈ ਲੈਣਾ ਜਦੋਂ ਹਾਂਜੀ ਇਹਨਾਂ ਲੋਕਾਂ ਨੇ ਵਾਈਟੀਓ ਮਗਰ ਵੀ ਬੜਾ ਡੰਡਾ ਲੈ ਕੇ ਚੜੇ ਸੀ, ਇਹ ਜਨਰੇਟਰਾਂ ਦੇ ਇੰਜਨ ਆ ਗਏ, ਇਹ ਫਲਾਣ ਹੋ ਗਿਆ। ਲੇਕਿਨ ਯਕੀਨ ਕਰੋ ਜੈਸੇ ਉਹ ਇੰਜਨ ਚੱਲਦੇ ਨੇ ਨਾ ਵਾਈਟੀਓ ਦੇ, ਇਹ ਸਾਡੇ ਪਾਕਿਸਤਾਨੀ ਉਹ ਇੰਜਨ ATS ਦੇ ਵੀ ਨਹੀਂ ਚੱਲਦੇ। ਜਿਹੜਾ ਬਾਲ ਸਾਰਾ ਦਿਨ ਨਕਮਾ ਹੁੰਦਾ ਨਾ, ਉਹਨੂੰ ਜਾਂ ਤੇ ਉਹਨੂੰ ਹਿਫਜ਼ੇ ਪਾ ਦਿੰਦੇ ਆ ਤੇ ਜਾਂ ਉਹਨੂੰ ਮਿਸਤਰੀਆਂ ਕੋ ਘੱਲ ਦਿੰਦੇ ਆ। ਮਿਸਤਰੀਆਂ ਕੋ ਘਲਾ ਦਿੰਦੇ ਆ। ਸਭ ਤੋਂ ਮਾੜਾ ਬੱਚਾ ਜਿਹੜਾ ਹੈ ਨਾ ਉਹ ਮਿਸਤਰੀਆਂ ਕੋ ਭੇਜ ਦਿੰਦੇ। ਬਈ ਦੋਸਤੋ ਮਾਸ਼ਾਅੱਲਾ ਅਸੀਂ ਨਾ ਥ੍ਰੈਸ਼ਰ ਦੇ ਉੱਤੇ ATS ਨੂੰ ਡਏ ਹਾਂ ਟੈਸਟਿੰਗ ਵਗੈਰਾ ਕਰਨ। ਠੀਕ ਹੈ, ਥ੍ਰੈਸ਼ਰ ਵੀ ਪਿੱਛੇ ਡਬਲ ਵੇਟ ਵਾਲੀ ਥ੍ਰੈਸ਼ਰ ਸੀ। ਇਹ ਆਸਫ ਭਾਈ ਕਿੰਨੇ 5 ਫੁੱਟੀ ਹੋਣੀ ਹੈ? ਹਾਂਜੀ 5 ਫੁੱਟ ਹੀ ਕਹਿ ਰਹੇ ਨੇ ਜੀ, 5 ਫੁੱਟੀ ਕਿਉਂਕਿ ਆਪਾਂ ਤਾਂ ਮਾਲਕ ਤੋਂ ਹੀ ਪੁੱਛਿਆ ਨਾ। ਹਾਂਜੀ ਹਾਂਜੀ ਤੇ ਮਾਸ਼ਾਅੱਲਾ ਭਾਜੀ ਇੱਕ ਸੂਤਰ ਵੀ ਜਿਹੜਾ ਨਾ ਸੂਈ ਪਹਿਲਾਂ ਦੇ ਉੱਤੇ ਨਹੀਂ ਗਈ, ਤਕਰੀਬਨ ਇਹਨੂੰ ਚਲਾਇਆ ਅਸੀਂ ਅੱਧਾ ਘੰਟਾ ਪੂਰਾ ਚਲਾਇਆ। ਅਗਰ ਸੂਈ ਉੱਤੇ ਜਾਣੀ ਹੋਏ ਤੇ ਨਦੀਮ ਸਾਹਿਬ 5 ਮਿੰਟਾਂ 'ਚ ਪਤਾ ਲੱਗ ਜਾਂਦਾ। 10 ਤੋਂ 15 ਮਿੰਟਾਂ 15 ਮਿੰਟ ਮੈਕਸਿਮਮ ਹੁੰਦੇ ਆ। 15 ਮਿੰਟਾਂ ਤੱਕ ਜਿੱਥੋਂ ਤੱਕ ਟੈਂਪਰੇਚਰ ਦੀ ਸੂਈ ਜਾਣੀ ਹੁੰਦੀ ਹੈ ਨਾ ਲੋਡ ਤੇ, ਫੁੱਲ ਲੋਡ ਤੇ ਉਹ ਚਲੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਅਗਰ ਸੂਈ ਉੱਤੇ ਨਹੀਂ ਗਈ ਤੇ ਉਹਨੇ ਫਿਰ ਨਹੀਂ ਜਾਣਾ। ਔਰ ਆ ਚੀਜ਼ ਨਹੀਂ ਹੈ, ਲੋਕਾਂ ਨੇ 9 ਘੰਟੇ ਵੀ ਚਲਾਇਆ ਹੈ, 9 ਘੰਟੇ ਵੀ ਚਲਾਇਆ ਹੈ 290, ਲੇਕਿਨ ਜਿੱਥੇ ਆ ਸੂਈ ਗਈ ਹੈ ਇੱਥੇ ਹੀ ਖੜੀ ਹੈ। ਨਦੀਮ ਸਾਹਿਬ ਇਹ ਕੀ ਫਰਕ ਹੈਗਾ ਜੀ ਵੀ ਇਹ ਆਇਲ ਕੂਲਰ ਨਾਲ ਕੋਈ ਫਰਕ ਪਿਆ? ਹਾਂਜੀ ਇਹਦੀ ਜਿਹੜੀ ਕੂਲਿੰਗ ਏਰੀ ਇੰਨੀ ਅੱਛੀ ਹੈ ਨਾ, ਉਹਦਾ ਜਿਹੜਾ ਮੇਨ ਰੀਜ਼ਨ ਹੈ ਉਹ ਇਹਦੇ 3 ਕੂਲਿੰਗ ਸਿਸਟਮ ਹੈ ਜੀ। ਦੇਖੋ ਜੀ तमाम ਇੰਜਨਾਂ ਦੇ ਵਿੱਚ 2 ਕੂਲਿੰਗ ਸਿਸਟਮ ਹੈਗੇ ਆ। ਉਹ ਚ ਪਾਣੀ ਨਾਲ ਠੰਡਾ ਕੀਤਾ ਜਾਂਦਾ ਹੈ, ਉਹਦੇ ਨਾਲ ਆਇਲ ਨੂੰ ਠੰਡਾ ਕੀਤਾ ਜਾਂਦਾ ਛੋਟੇ ਆਇਲ ਕੂਲਰ ਨਾਲ। ਇਹਦੇ ਨਾਲੋਂ ਜਿਹੜਾ ਵੱਡਾ ਆਇਲ ਕੂਲਰ ਲੱਗਾ ਹੈ ਨਾ, ਜਿੱਡਾ ਵੱਡਾ ਇਹਨੂੰ ਆਇਲ ਕੂਲਰ ਲਾ ਦਿੱਤਾ ਹੈ ਮਾਸ਼ਾਅੱਲਾ ਆ ਮੇਰੇ ਅੱਲਾ ਨੇ ਕਰਵਾਇਆ ਜੀ। ਜਿੱਡਾ ਵੱਡਾ ਆਇਲ ਕੂਲਰ ਲਾ ਦਿੱਤਾ ਨਾ ਇਸ ਇੰਜਨ ਨੂੰ ਜੀ, ਪੂਰੇ ਰੇਡੀਏਟਰ ਜਿੱਡਾ ਐਡਾ ਆਇਲ ਕੂਲਰ ਤੇ 350 HP ਦੇ ਇੰਜਨ ਨੂੰ ਵੀ ਨਹੀਂ ਲੱਗਾ ਹੁੰਦਾ। ਸਹੀ ਜੀ। 350 HP ਦਾ ਜਿਹੜਾ ਇੰਜਨ ਹੁੰਦਾ ਨਾ ਉਹਨੂੰ ਵੀ ਐਡਾ ਆਇਲ ਕੂਲਰ ਨਹੀਂ ਹੁੰਦਾ। ਠੀਕ ਜੀ। ਉਹ ਇਹੀ ਚਾਹਿਆ ਹੀ ਕਿ ਕੋਈ ਐਸਾ ਕੰਮ ਕੀਤਾ ਜਾਏ ਉਹ ਇੰਨਾ ਬਿਹਤਰ ਹੋਏ ਕਿ ਉਹਦੇ ਵਿੱਚ ਕੁਛ ਨਾ ਕੁਛ ਲੋਕਾਂ ਨੂੰ ਵਾਜ਼ਿਆ ਫਰਕ ਮਿਲੇ। ਅੱਛਾ ਨਦੀਮ ਸਾਹਿਬ, ਸਰ ਜੀ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦੇ ਹਾਂ ਵੀ ਕਾਫੀ ਲੋਕਾਂ ਨੇ ਨਾ ਆਇਲ ਕੂਲਰ ਲਗਾਇਆ ਹੈ ਜੀ, ਲੇਕਿਨ ਉਹਨਾਂ ਦੀ ਸਮਝ ਵਿੱਚ ਨਹੀਂ ਆਇਆ ਜਾਂ ਉਹਨਾਂ ਨੂੰ ਇੰਨੀ ਸਮਝ ਨਹੀਂ ਸੀ ਵੀ ਉਹ ਠੀਕ ਤਰ੍ਹਾਂ ਨਹੀਂ ਲੱਗ ਸਕੇ ਉਹਨਾਂ ਦੇ ਆਇਲ ਕੂਲਰ। ਉਹ ਕਹਿੰਦੇ ਨੇ ਵੀ ਆਇਲ ਕੂਲਰ ਦਾ ਜੀ ਫਾਇਦਾ ਕੋਈ ਨਹੀਂ, ਇਹ ਤਾਂ ਐਵੇਂ ਹੀ ਨੇ। ਜੀ ਬਿਲਕੁਲ। ਦੇਖੋ ਹਰ ਬੰਦਾ ਜਿਤਨਾ ਕੁ ਉਹਦੇ ਕੋਲ ਇਲਮ ਹੁੰਦਾ ਹੈ ਨਾ, ਉਹ ਹਰ ਬੰਦਾ ਉਸ ਹਿਸਾਬ ਨਾਲ ਕੰਮ ਕਰਦਾ ਹੈ ਜੀ। ਮੈਂ ਅੱਗੇ ਵੀ ਇੱਕ ਦੋਸਤ ਨੂੰ ਨਾ ਐਸੇ ਸਵਾਲ ਦਾ ਜਵਾਬ ਦਿੱਤਾ ਹੈ। ਵੈਸੇ ਮੇਰੀ ਆਦਤ ਨਹੀਂ ਹੈ ਕਿਸੇ ਤੇ ਕੋਈ ਐਸੀ, ਅਗਰ ਕੋਈ ਬੰਦਾ ਮੇਰੀ ਜ਼ਾਤ ਤੇ ਮੇਰੇ ਨਾਲ ਜਾਂ ਮੇਰੇ ਕੰਮ ਤੇ ਕੋਈ ਤਨਕੀਦ ਕਰੇ ਤੇ ਮੇਰੀ ਆਦਤ ਨਹੀਂ ਹੈ ਕਿ ਮੈਂ ਉਹਨੂੰ ਜਵਾਬ ਦਵਾਂ। ਲੇਕਿਨ ਚੂੰਕਿ ਹੁਣ ਤੁਸੀਂ ਬਾਰ-ਬਾਰ ਉਸ ਸਵਾਲ ਦਾ ਇਸਰਾਰ ਕਰ ਰਹੇ ਜੇ ਤੇ ਮੈਂ ਤੁਹਾਨੂੰ ਦੱਸ ਦੇਣਾ ਉਹਦੇ ਵਿੱਚ ਉਹ ਬਿਲਕੁਲ ਠੀਕ ਕਹਿੰਦੇ ਆ ਜੀ, ਬਿਲਕੁਲ ਠੀਕ ਕਹਿੰਦੇ ਆ। ਆਇਲ ਕੂਲਰ ਦੇ ਨਾਲ ਜਿਸ ਟਾਈਮ ਤੇਲ ਦੂਰ ਜਾਂਦਾ ਹੈ ਔਰ ਦੂਰ ਜਾ ਕੇ ਵਾਪਸ ਆਉਂਦਾ ਤੇ ਆਇਲ ਪ੍ਰੈਸ਼ਰ ਘਟਦਾ ਹੈ ਜੀ। ਲੇਕਿਨ ਕਿਉਂ ਘਟੇਗਾ? ਉਹਦੀਆਂ ਵਜੂਹਾਤ ਹੈ। ਦੇਖੋ ਜੀ, ਜਿਸ ਤਰ੍ਹਾਂ ਤਾਰ ਦੇ ਵਿੱਚ ਵੋਲਟੇਜ ਡਰਾਪ ਹੋ ਜਾਂਦੇ ਲੰਬੇ ਵਾਏ 'ਚ, ਲੇਕਿਨ ਅਗਰ ਤਾਰ ਤੁਸੀਂ ਸਹੀ ਗੇਜ ਦੀ ਪਾਓ ਜੀ ਤੇ 300 ਮੀਟਰ ਦੇ ਉੱਤੇ ਵੀ ਵੋਲਟੇਜ ਡਰਾਪ ਕੋਈ ਜ਼ਿਆਦਾ ਨਹੀਂ ਹੁੰਦੀ। ਜੀ ਹੁਣ ਮੰਗਲਾ ਤਰਬੇਲਾ ਤੋਂ ਲਾਈਨਾਂ ਆਉਂਦੀਆਂ ਤੇ ਉਹ ਵੀ ਤੇ ਵੋਲਟੇਜ ਡਰਾਪ ਆਉਂਦਾ ਹੈ ਨਾ। ਹਾਂਜੀ। ਲੇਕਿਨ ਅਗਰ ਕੰਡਕਟਰ ਦਾ ਸਾਈਜ਼ ਸਹੀ ਹੋਏ ਜੀ ਤੇ ਫਿਰ ਉਹਦਾ ਵੋਲਟੇਜ ਡਰਾਪ ਇੱਕ ਲਿਮਿਟਿਡ ਹੁੰਦਾ ਹੈ। ਠੀਕ ਹੈ, ਕੰਡਕਟਰ ਉਹ 'ਚੋਂ ਜਿੰਨਾ ਕਰੰਟ ਗੁਜ਼ਰਦਾ ਹੈ। ਐਸੇ ਤਰ੍ਹਾਂ ਜਿੰਨਾ ਪਾਣੀ ਦਾ ਫਲੋ ਹੈ, ਤੇਲ ਦਾ ਫਲੋ ਹੈ, ਉਹਦੇ ਗੁਜ਼ਰਨ ਵਾਸਤੇ ਤੁਹਾਡਾ ਜਿਹੜਾ ਪਾਈਪ ਦਾ ਸਾਈਜ਼ ਹੈ ਉਹ ਪ੍ਰੋਪਰ ਹੋਏ ਤੇ ਉਹਦੇ ਵਿੱਚ ਉਹਦਾ ਜਿਹੜਾ ਪ੍ਰੈਸ਼ਰ ਲਾਸ ਹੈ ਨਹੀਂ ਹੋਏਗਾ। ਨੰਬਰ 1। ਨੰਬਰ 2, ਇਹਦੇ ਜਿਹੜੇ ਆਪਸ 'ਚ ਬੈਂਡ ਲੱਗੇ ਹੁੰਦੇ ਆ ਨਾ, ਉਹਨਾਂ ਨੂੰ ਇੱਕ ਗੁਲਾਈ 'ਚ ਬੈਂਡ ਲੱਗੇ ਹੋਣੇ ਚਾਹੀਦੇ ਆ। ਅਗਰ 90 ਡਿਗਰੀ ਦੇ ਬੈਂਡ ਲੱਗੇ ਹੋਣਗੇ ਤੇ ਪ੍ਰੈਸ਼ਰ ਡ੍ਰੌਪ ਹੋ ਜਾਏਗਾ ਕਿ ਜਿਵੇਂ ਧਾਰ ਸਿੱਧੀ ਵੱਜਦੀ ਹੈ ਤੇ ਉੱਥੇ ਜਾ ਕੇ ਉਹ ਟਕਰਾਏਗੀ ਤੇ ਉਹ ਪ੍ਰੈਸ਼ਰ ਡਿੱਗ ਪਏਗਾ। ਬਿਲਕੁਲ ਜੀ। ਠੀਕ ਹੈ। ਇੱਕ ਤੇ ਇਹਦੇ ਵਿੱਚ ਅਸੀਂ ਜਿਹੜੇ ਬੈਂਡ ਯੂਜ਼ ਕੀਤੇ ਆ ਉਹਨੂੰ ਗੁਲਾਈ 'ਚ ਯੂਜ਼ ਕੀਤੇ ਆ। ਉਹ ਗੱਲਾਂ ਹੈ ਕਿ ਜਿਹੜੀਆਂ ਲੋਕ ਫਾਰਮੂਲੇ ਬਣਾਉਂਦੇ ਆ ਤੇ ਲੋਕਾਂ ਨੂੰ ਨਿੱਕੇ ਪੁਆਇੰਟ ਨਹੀਂ ਦੱਸਦੇ, ਲੇਕਿਨ ਮੇਰੀ ਆਦਤ ਹੈ ਮੈਂ ਉਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਦੱਸ ਦੇਣਾ ਕਿ ਅਸੀਂ ਇਹ 'ਚ ਕੀ ਮੈਥਡ ਯੂਜ਼ ਕੀਤੇ ਆ। ਉਹ तमाम ਬੈਂਡ ਜਿਹੜੇ ਉਹ ਗੁਲਾਈ 'ਚ ਗਏ ਤਾਂ ਕਿ ਪ੍ਰੈਸ਼ਰ ਡ੍ਰੌਪ ਨਾ ਹੋਏ, ਫਲੋ ਪ੍ਰੋਪਰ ਰਹੇ। ਫਿਰ ਉਸ ਤੋਂ ਬਾਅਦ ਅਗਲੀ ਚੀਜ਼
ਜਿੰਨੇ ਇਹਦੇ ਜਿਹੜੇ ਹੈਗੇ ਨਾ ਬਾਡੀਆਂ ਲੱਗਦੀ ਆ, ਜਿਹੜਾ ਇਹਦਾ ਕੂਲਰ ਨੂੰ ਤੇਲ ਟਰਾਂਸਫਰ ਕਰਦੀ ਹੈ, ਜੀ ਉਹ ਟਰਾਂਸਫਰ ਕਰਨ ਵਾਲੀਆਂ ਜਿਹੜੀਆਂ ਬਾਡੀਆਂ ਹੈ, ਉਹ ਬਾਡੀਆਂ ਬਣਾਉਣ ਵਾਲੇ ਇਸ ਬਾਡੀ ਦੇ ਫੰਕਸ਼ਨ ਨੂੰ ਸਹੀ ਤਰੀਕੇ ਨਾਲ ਫਾਲੋ ਅਪ ਨਹੀਂ ਕਰਦੇ। ਸਹੀ ਜੀ। ਅਸਲ ਮੇਨ ਪ੍ਰੋਬਲਮ ਉਹਨਾਂ ਦੀ ਨਹੀਂ ਸੀ, ਹਾਂ, ਹਾਂ। ਪ੍ਰੋਬਲਮ ਉਹਨਾਂ ਦੀ ਸੀ ਜਿਨ੍ਹਾਂ ਨੇ ਉਹ ਬਾਡੀ ਬਣਾਈ, ਅਜੇ ਇਹਨੂੰ ਡਿਜ਼ਾਈਨ ਨਹੀਂ ਸੀ ਕੀਤਾ ਜਿਨ੍ਹਾਂ ਨੇ ਗਿਆ। ਉਹ ਬਾਡੀ ਬਣਾਈ, ਉਹਦਾ ਡਿਜ਼ਾਈਨ ਕੀਤਾ, ਉਹਦਾ ਵਾਲ ਡਿਜ਼ਾਈਨ ਕੀਤਾ, ਉਹਦਾ ਪ੍ਰੈਸ਼ਰ ਸੈੱਟ ਕੀਤਾ। ਜੀ। ਉਹ ਪ੍ਰੋਬਲਮ ਉਹਨਾਂ ਦੀ ਆ। ਉਹ ਭਾਈ ਫਿਟਿੰਗ ਕਰਨ ਵਾਲੇ ਦੇ ਭਾਈ, ਸਾਡੇ ਭਾਈ ਦੀ ਨੁਕਸ ਨਹੀਂ ਸੀ, ਜੀ। ਉਹ ਵਾਲਟ ਉਹ ਬਾਡੀ ਦਾ ਸੀ। ਅਸੀਂ ਕੀ ਕਰਨੇ, ਉਹ ਬਾਡੀ ਲੈਨੇ ਆ, ਉਹ ਬਾਡੀ ਕੰਪਨੀ ਦੀ ਲਈਦੀ ਹੈ ਜਾਂ ਜਿਹੜੀ ਵੀ ਕੰਪਨੀ ਦੀ ਲਈਦੀ ਹੈ, ਉਹਨੂੰ ਬਾਡੀ ਨੂੰ ਪ੍ਰੋਪਰ ਉਹਦੇ ਵਿੱਚ ਇੱਕ ਵਾਲ ਆ, ਉਹਦੀ ਪ੍ਰੈਸ਼ਰ ਦੀ ਸੈਟਿੰਗ ਕਰੀਦੀ ਹੈ ਜੀ। ਉਹ ਪ੍ਰੈਸ਼ਰ ਦੀ ਸੈਟਿੰਗ ਕਰਕੇ ਇਹਦੇ ਵਿੱਚ ਕੂਲਰ 'ਚ ਆਉਣ ਵਾਲਾ ਜਿਹੜਾ ਤੇਲ ਆ ਉਹਨੂੰ 2 ਵੇ ਚਲਾਉਂਦੇ ਆ। ਜਿਹੜਾ ਕੂਲਰ ਆ ਅਸੀਂ 1 ਵੇ ਨਹੀਂ ਚਲਾਇਆ ਇਹਦੇ 'ਚ ਤੇਲ। ਇਹਦੇ 'ਚ ਤੇਲ ਜਿਸ ਟਾਈਮ ਕੂਲਰ ਤੇ ਆਂਦਾ 2 ਹਿੱਸਿਆਂ 'ਚ ਵਟ ਜਾਂਦਾ ਹੈ। ਜਿਸ ਤਰ੍ਹਾਂ ਟ੍ਰੈਫਿਕ ਚੱਲਦੀ ਹੈ ਨਾ, ਅਗਰ ਤੁਸੀਂ ਸ਼ਹਿਰ ਦੇ ਵਿੱਚੋਂ ਦੀ ਟ੍ਰੈਫਿਕ ਸਾਰੀ ਗੁਜ਼ਾਰੋਗੇ ਜੀ ਤੇ ਫਿਰ ਉਹ ਟ੍ਰੈਫਿਕ ਜਾਮ ਹੋਏਗੀ, ਬਿਲਕੁਲ ਹੋਏਗੀ। ਟ੍ਰੈਫਿਕ ਦੀ ਸਪੀਡ ਸਲੋ ਹੋਏਗੀ। ਅਗਰ ਉਹ ਟ੍ਰੈਫਿਕ ਤੁਸੀਂ 2 ਹਿੱਸਿਆਂ 'ਚ ਡਿਵਾਈਡ ਕਰ ਦਿਓ, ਜੀ। ਇੱਕ ਟ੍ਰੈਫਿਕ ਸ਼ਹਿਰ ਦੇ ਵਿੱਚੋਂ ਜਾਣ ਦਿਓ, ਇੱਕ ਬਾਈਪਾਸ ਇੱਕ ਜਾਵੇ। ਬਾਈਪਾਸ ਜਾਣ ਦਿਓ। ਹਾਂਜੀ। ਜਿਹੜਾ ਆਇਲ ਕੂਲਰ ਹੈ ਅਸੀਂ ਬਾਈਪਾਸ ਤੇ ਲਾਇਆ, ਜ਼ਬਰਦਸਤ। ਬਾਈਪਾਸ ਤੇ ਲਾਇਆ। ਬੇਸਿਕ ਫਰਕ ਅਸੀਂ ਕੀਤਾ ਹੈ, ਬਾਈਪਾਸ ਤੇ ਲਾਇਆ। ਕੁਛ ਤੇਲ ਜਿਹੜਾ ਹੈ ਸਾਡਾ ਡਾਇਰੈਕਟ ਫਲੋ ਹੈ, ਜਿਹੜਾ ਡਾਇਰੈਕਟ ਇੰਜਨ 'ਚ ਜਾ ਰਿਹਾ ਜੀ। ਆਂਦਾ ਹੈ, ਫਿਲਟਰ 'ਚੋਂ ਗੁਜ਼ਰਦਾ ਹੈ ਔਰ ਡਾਇਰੈਕਟ ਚਲਾ ਜਾਂਦਾ ਹੈ। ਇੰਜਨ ਵਿੱਚ। ਦੂਸਰਾ ਜਿਹੜਾ ਇੱਕ ਲਿਮਿਟਿਡ ਵਾਲ ਦੇ ਜ਼ਰੀਏ ਕੰਟਰੋਲ ਕਰਕੇ ਅਸੀਂ ਕੂਲਰ ਵੱਲ ਭੇਜ ਦਿੱਤਾ ਹੈ। ਉਹ ਵੀ ਤੇਲ ਕੂਲਰ ਤੋਂ ਹੋ ਕੇ ਉਹਨੇ 3 ਸੈਕਿੰਡ ਬਾਅਦ ਆਣਾ ਹੈ। ਜੀ। ਜਿਹੜਾ ਤੇਲ ਸਲਮ ਮਾਰਦੇ 1 ਸੈਕਿੰਡ 'ਚ ਆ ਰਿਹਾ, ਉਹ ਇੰਜਨ ਨੂੰ ਫੌਰੀ ਤੌਰ ਤੇ ਤੇਲ ਦੇ ਦਿੰਦਾ ਹੈ। ਜਿਹੜਾ 3 ਸੈਕਿੰਡ ਬਾਅਦ ਆਣਾ, ਉਹ 3 ਸੈਕਿੰਡ ਬਾਅਦ ਘੁੰਮ ਕੇ ਉਹ ਵੀ ਉੱਥੇ ਰਲ ਜਾਂਦਾ ਹੈ। ਜ਼ਬਰਦਸਤ ਇਹ ਚਾਹੇ ਕਿ ਤਰੀਕਾ। ਇੱਕ ਅੱਛਾ ਤਰੀਕਾ ਅਪਣਾਓ, ਇੱਕ ਕੰਮ ਕਰਨ ਦਾ ਅੱਛਾ ਤਰੀਕਾ ਹੋਏ ਤੇ ਉਹਦੇ ਵਿੱਚ ਕਰੀ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ। ਮਰਸੀਡੀਜ਼ ਇੰਜਨ ਹੈਗੇ ਆ, ਉਹਨਾਂ ਇੰਜਨਾਂ ਦੇ ਅਸੀਂ ਇਹਨਾਂ ਸਿਸਟਮਾਂ ਨੂੰ ਦੇਖਿਆ ਹੈ, ਮੈਨ ਇੰਜਨ ਦੇ ਸਿਸਟਮਾਂ ਨੂੰ ਦੇਖਿਆ, ਕੈਟਰਪਿਲਰ ਦੇ ਇੰਜਨਾਂ ਨੂੰ ਦੇਖਿਆ। ਸਹੀ। ਅਸੀਂ ਖਾਲੀ ਸਿਰਫ ਟਰੈਕਟਰ ਨੂੰ ਨਹੀਂ ਸਮਝਦੇ, ਜੀ ਸਾਡੇ ਵਾਲਦ ਸਾਹਿਬ ਹਰ ਇੰਜਨ ਨੂੰ ਕਰਦੇ ਸੀ। ਅਸੀਂ ਬਚਪਨ ਤੋਂ ਇੰਜਨਾਂ ਨੂੰ ਸਮਝਦੇ ਪਏ ਆ। ਤੇ ਇੰਜੀਨੀਅਰਿੰਗ ਕਰਨਾ ਤੇ ਇੱਕ ਅਲੱਗਾ ਕੰਮ ਹੈ, ਕੰਮ ਕਰਨਾ ਅਲੱਗਾ, ਲੇਕਿਨ ਇੱਕ ਸ਼ੁਰੂ ਤੋਂ ਬਚਪਨ ਤੋਂ ਆ ਚੀਜ਼ਾਂ ਨੂੰ ਦੇਖਿਆ। ਔਰ ਅਸੀਂ ਟਰੈਕਟਰ ਤੋਂ ਇਲਾਵਾ ਹਰ ਜਨਰੇਟਰ ਦਾ, ਹਾਰਵੈਸਟਰ ਦਾ, ਗੱਡੀਆਂ ਦਾ, ਕਾਰਾਂ ਦਾ, तमाम ਇੰਜਨਾਂ ਨੂੰ ਅਸੀਂ ਡੀਲ ਕਰਨੇ ਆ, ਬੈਰੀ ਜਹਾਜ਼ ਤੱਕ ਦੇ ਇੰਜਨਾਂ ਨੂੰ ਡੀਲ ਕਰਨੇ ਆ। ਲੇਕਿਨ ਇਹਨਾਂ ਚੀਜ਼ਾਂ ਨੂੰ ਸਾਰਿਆਂ ਦੀ ਟੈਕਨੋਲੋਜੀ ਅਸੀਂ ਚੈੱਕ ਕਰਨੇ ਆ ਔਰ ਉਹਨਾਂ ਨੂੰ ਫਾਲੋ ਅਪ ਕਰਦੇ ਹੋਏ ਕੰਮਾਂ ਨੂੰ ਤਰਤੀਬ ਦੇਈਦਾ ਹੈ। ਔਰ ਮੈਂ ਦੇਖਿਆ ਮਰਸੀਡੀਜ਼ ਦੇ ਜਿਹੜੇ, ਅਗਰ ਮਰਸੀਡੀਜ਼ ਜਰਮਨੀ ਦੇ ਸੇਫਟੀ ਵਾਲ ਦਾ ਪ੍ਰੈਸ਼ਰ ਇੰਨਾ ਹੈ ਤੇ ਸਾਡੇ ਅਗਰ ਸੇਫਟੀ ਵਾਲਾਂ ਦਾ ਪ੍ਰੈਸ਼ਰ ਜ਼ਿਆਦਾ ਹੈ ਤਾਂ ਫਿਰ ਕੰਮ ਤੇ ਨਹੀਂ ਕਰਨਗੇ। ਇੱਕ ਚੀਜ਼ ਪੁਰਜ਼ਾ ਲਾਇਆ ਗਿਆ, ਉਹ ਵਿੱਚ ਫੰਕਸ਼ਨ ਹੀ ਨਾ ਕਰੇ ਤੇ ਫਿਰ ਉਹਦਾ ਫਾਇਦਾ ਕੀ ਹੈ? ਉਹ ਅਸਲ ਚ ਆਏ ਕਿ ਉਹ ਬਾਡੀਆਂ ਕੰਮ ਨਹੀਂ ਸੀ ਕਰ ਰਹੀ ਉਹਨਾਂ ਦੀ। ਸਰ ਜੀ ਨਾ ਥੋੜੀ ਜਿਹੀ ਗੁਫ਼ਤਗੂ ਅਸੀਂ ਹਾਜੀ ਸਾਹਿਬ ਰਾਂ ਦੇ ਵੀ ਵਿੱਚ ਆਨੇ ਜੀ ਬਿਲਕੁਲ ਆਈ ਸਾਹਿਬ, ਕਿਉਂਕਿ ਇਹਨਾਂ ਕੋਲ ATS ਹੈ, ਉਹਨੂੰ ਆਇਲ ਕੂਲਰ ਵੀ ਲੱਗਾ ਹੋਇਆ ਹੈ ਜੀ ਜੀ ਔਰ ਕਾਫੀ ਇਹ ਟਰੈਕਟਰ ਨੂੰ ਸਮਝਦੇ ਵੀ ਨੇ। अस्सलाम वालेकुम जी। ਵਾਲੇਕੁਮ ਸਲਾਮ। ਹਾਜੀ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਦੀਮ ਸਾਹਿਬ ਹੋਰੀ ਜਿਹੜੀਆਂ ਗੱਲਾਂ ਕੀਤੀਆਂ ਨੇ, ਤੁਹਾਡੇ ਕੋਲ ATS 290 ਸਪੈਸ਼ਲ ਚੱਲ ਰਹੀ ਹੈ ਦੇਖੋ ਜਾ ਰਿਹਾ ਔਰ ਆਪਾਂ ਥ੍ਰੈਸ਼ਰ ਤੇ ਵੀ ਚਲਾਇਆ ਹੈ। ਥ੍ਰੈਸ਼ਰ ਤੇ ਤੁਹਾਨੂੰ ਪਰਫਾਰਮੈਂਸ ਮੱਦੇ ਮੁਕਾਬਲ ਕੰਪਨੀਆਂ ਦੇ ਕੈਸੀ ਲੱਗੀ ਹੈ? ਔਰ ਆਇਲ ਕੂਲਰ ਦੇ ਬਾਰੇ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ? ਔਰ ਇਹ ਵੀ ਗੱਲ ਜ਼ਰੂਰ ਵਿੱਚ ਐਡ ਕਰੋ, ਜਿਵੇਂ ਸਾਰੂ ਜੀ ਫਰਮਾਇਆ ਹੈ ਕਿ ਇੱਥੇ ਜਿਹੜੇ ਆਪਣੇ ਲੋਕਲ ਮਿਸਤਰੀ ਹੈ ਨਾ, ਇਹਨਾਂ ਤੇ ਵੀ ਡਿਸਕਸ ਜ਼ਰੂਰ ਕਰਨੀ ਹੈ, ਦੱਸਣਾ ਹੈ। ਨਹੀਂ ਵੇਖੋ ਜੀ, ਲੋਕਲ ਮਿਸਤਰੀ ਜਿਹੜਾ ਹੈ ਇੱਕ ਅੱਡੇ ਦੇ ਉੱਤੇ ਬਹਿ ਜਾਂਦਾ ਹੈ ਜੀ ਉਹ 4 ਦਿਨ ਜਾਂ ਕਿਸੇ ਦੇ ਸ਼ਾਗਿਰਦੀ ਕਰਦਾ ਹੈ ਜਾਂ ਆਪਣੀ ਵਰਕਸ਼ਾਪ ਖੋਲ ਲੈਂਦਾ ਹੈ। ਜੀ ਉਹ ਕਹਿੰਦਾ ਹੈ ਕਿ ਮੇਰੇ ਵਰਗਾ ਤੇ ਮਿਸਤਰੀ ਕੋਈ ਨਹੀਂ ਹੈਗਾ ਪੂਰੇ ਇਲਾਕੇ ਦੇ ਵਿੱਚ। ਜੀ ਬੇਸ਼ੱਕ ਤੇ ਉਹਨੂੰ ਕਲਚ ਪਲੇਟ ਕਰਨੀ ਵੀ ਨਾ ਆਉਂਦੀ ਹੋਵੇ, ਹਾਂਜੀ ਉਹਨੂੰ ਪਤਾ ਨਾ ਹੋਵੇ ਕਿ ਕਲਚ ਪਲੇਟ 'ਚ ਫਿੰਗਰ ਕੀ ਹੁੰਦੇ ਨੇ ਤੇ ਇਹਦੇ ਵਿੱਚ ਪ੍ਰੈਸ਼ਰ ਪਲੇਟ ਕੀ ਹੈ ਤੇ ਦੂਜੀ ਕੀ ਹੈ, ਉਹ ਮਿਸਤਰੀ ਬਣ ਜਾਂਦੇ ਨੇ। ਹਾਂਜੀ ਉਹਨਾਂ ਨੂੰ ਅਸੀਂ ਲੋਕ ਜਿਹੜੇ ਇਹਨਾਂ ਨੂੰ ਤਾਂ ਕਰ ਦੇਣ ਜੀ ਇਹ ਬੜਾ ਵੱਡਾ ਇੰਜੀਨੀਅਰ ਹੈ, ਹਾਂਜੀ। ਇਹਦੇ ਨਾਲ ਦਾ ਤਾਂ ਇੰਜੀਨੀਅਰ ਹੀ ਕੋਈ ਨਹੀਂ। ਹਾਂਜੀ। ਇਹ ਮੇਰੇ ਟਰੈਕਟਰ ਨੂੰ ਇਹੋ ਹੀ ਟ੍ਰੇਸ ਕਰਨ ਡਿਆ ਤੇ ਸਾਰਾ ਇਹੋ ਹੀ ਇਸ ਮੰਜੇ ਤੇ ਬਹਿ ਕੇ ਬਣਾਉਣ ਡਿਆ। ਹਾਂਜੀ ਉਹ ਮੰਜੇ ਤੇ ਬਹਿ ਕੇ ਨਹੀਂ ਬਣ ਰਿਹਾ ਹੁੰਦਾ, ਉਹ ਕਿਤੇ ਹੋਰ ਬਣਦਿਆ ਹੁੰਦਾ। ਜੀ। ਉਹ ਸਿਰਫ ਬੇਵਕੂਫ ਬਣਾਇਆ ਜਾਂਦਾ ਕਿਹਨੂੰ? ਸਾਨੂੰ ਲੋਕਾਂ ਨੂੰ, ਸਹੀ ਕਿ ਅਸੀਂ ਉਸ ਲੋਕ ਮਗਰ ਦੇ ਪਿੱਛੇ ਫਿਰੀਏ ਜਾ ਕੇ ਉਸ ਬੰਦੇ ਦੇ ਤੇ ਉਹ ਆਖੇ ਜੀ ਮੈਂ ਤੇ ਬੜਾ ਉੱਚਾ ਮਿਸਤਰੀ ਹੋ ਗਿਆ ਹੁਣ, ਜੀ। ਤੇ ਪਤਾ ਉਹਨੂੰ ਆਨੇ ਦਾ ਵੀ ਨਹੀਂ ਹੋਣਾ, ਕੰਮ ਕਿਤੇ ਹੋਰ ਹੁੰਦਾ ਨਾ ਕਿਤੇ ਹੋਰ ਹੁੰਦਾ। ਨਹੀਂ ਸਮਝੇ ਤੁਸੀਂ? ਜੀ, ਜੀ। ਹਾਂ, ਇਹ ਗੱਲਾਂ ਜਿਹੜੀਆਂ ਨਾ ਵੇਖੋ ਸਾਹਮਣੇ ਚੱਲ ਰਿਹਾ ਟਰੈਕਟਰ, ਹਾਂਜੀ ਥ੍ਰੈਸ਼ਰ ਤੇ ਚੱਲਿਆ ਟਰੈਕਟਰ, ਉਹਨੇ ਕੋਈ ਧੂੰ ਦੀ ਲੱਸ ਵਿਖਾਈ ਹੋਵੇ, ਤੁਸੀਂ 85 ਜੋ ਦਿਓ ਇੱਥੇ ਜੀ, ਲਿਆ ਜੀ। ਗਏ, ਜੇ ਲੰਬੂ ਨਾ ਕੱਢੇਗਾ ਤੇ ਮੈਨੂੰ ਕਹਿਣਾ
ਮੇਰੇ ਕੋਲ 85 ਵੀ ਹੈਗਾ, ਮੈਨੂੰ ਕੋਈ 85 ਮੈਂ ਕਿਹੜਾ ਚਲਾਇਆ ਨਹੀਂ ਜਾਂ ਮੇਰੇ ਕੋਲ ਹੈਗਾ 85 ਵੀ ਹੈਗਾ, ਲੇਕਿਨ ਇਹਦਾ ਬਹੁਤ ਫਰਕ ਹੈ। ਵੇਖੋ ਨਾ, ਇੱਕ ਚੀਜ਼ ATS ਦੀ, ਲਾਈਨਰ ATS ਦਾ, ਪਿਸਟਨ ATS ਦਾ, ਜਦੋਂ ਕਿਸੇ ਚੀਜ਼ ਵਿੱਚ ਪਾ ਦਿੰਦੇ ਆ ਨਾ ਅਸੀਂ, ਉਹਦੀ ਲਾਈਫ ਵੱਧ ਜਾਂਦੀ ਹੈ, ਉਹਦੀ ਇੱਕ ਤਾਕਤ ਵੱਧ ਜਾਂਦੀ ਹੈ। ਇੱਕ ਚਾਈਨਾ ਦੀ ਸਲੀਵ, ਇੱਕ ਚਾਈਨਾ ਦਾ ਪਿਸਟਨ, ਇੱਕ ਉਹ ਨਹੀਂ ਉਹ ਕੰਮ ਕਰਦੇ ਜੋ ATS ਦੇ ਕੰਮ ਕਰਦੇ। ATS ਦਾ ਸਮਾਨ ਅਗਰ ਕਿਸੇ ਹੋਰ ਟਰੈਕਟਰ ਵਿੱਚ ਵੀ ਪੈ ਜਾਵੇ ਉਹਦੀ ਵੀ ਪਰਫਾਰਮੈਂਸ ਵੱਧ ਜਾਂਦੀ ਹੈ। ਬਿਲਕੁਲ ਵੱਧ ਜਾਂਦੀ ਹੈ। ਅੱਛਾ ਹਾਜੀ ਸਾਹਿਬ, ਇਹ ਵੀ ਤੁਸੀਂ ਤੁਹਾਡੇ ਨਾਲ ਸ਼ਾਇਦ ਇਹ ਕੋਈ ਵਾਕਿਆ ਪੇਸ਼ ਆਇਆ ਕਿ ਨਹੀਂ, ਮੇਰੇ ਨਾਲ ਤਾਂ ਆਇਆ ਹੈ ਕਿ ਮੈਸੀ ਟਰੈਕਟਰ ਅਗਰ ਲੈ ਜਾਈਏ ਨਾ ਫੀਟ ਦੀ ਵਰਕਸ਼ਾਪ ਵਿੱਚ, ਤੇ ਉਹ ਲੋਕ ਅੱਗੋਂ ਕਹਿੰਦੇ ਜੀ ਇਹਨੂੰ ਪਰਾਂ ਉੱਧਰ ਲੈ ਜਾਓ, ਅਗਲੇ ਕੋਨੇ ਤੇ ਹੈਗੀ ਨੇ ਮੈਸੀ ਦੀ ਵਰਕਸ਼ਾਪ। ਇਹ ਤੇ ਅਸੀਂ ਨਹੀਂ ਇਹ ਕੰਮ ਕਰਦੇ ਇਹਦਾ। ਇਸ ਲਈ ਮੈਂ ਵਾਈਡੀਓ ਲੈ ਲੈਣਾ ਜਦੋਂ, ਹਾਂਜੀ, ਇਹਨਾਂ ਲੋਕਾਂ ਨੇ ਵਾਈਡੀਓ ਮਗਰ ਵੀ ਬੜਾ ਡੰਡਾ ਲੈ ਕੇ ਚੜੇ ਸੀ, ਇਹ ਜਨਰੇਟਰਾਂ ਦੇ ਇੰਜਨ ਆ ਗਏ, ਇਹ ਫਲਾਣ ਹੋ ਗਿਆ। ਲੇਕਿਨ ਯਕੀਨ ਕਰੋ, ਜੈਸੇ ਉਹ ਇੰਜਨ ਚੱਲਦੇ ਨੇ ਨਾ ਵਾਈਡੀਓ ਦੇ, ਇਹ ਸਾਡੇ ਪਾਕਿਸਤਾਨੀ ਉਹ ਇੰਜਨ ATS ਦੇ ਵੀ ਨਹੀਂ ਚੱਲਦੇ, ਮਿਲਤ ਦੇ ਵੀ ਨਹੀਂ ਉਹ ਚੱਲਦੇ ਜੀ, ਕਿਉਂਕਿ ਉਹਨਾਂ ਦੀ ਸਿਰਫ ਮਸਲਾ ਇਹੀ ਹੈ ਕਿ ਉਹ ਅਸੀਂ ਸਾਨੂੰ ਸਪੇਅਰ ਪਾਰਟ ਮਗਰ ਦੌੜਨਾ ਪੈਂਦਾ ਦਪਾਲਪੁਰ, ਸਹੀ, ਕਿਤੇ ਦੌੜਨਾ ਪੈਂਦਾ ਦਪਾਲਪੁਰ, ਸਪੇਅਰ ਪਾਰਟ ਮਗਰ ਤੇ ਦੂਸਰਾ ਮਿਸਤਰੀ ਮਗਰ। ਮਿਸਤਰੀ ਨੂੰ ਹਾਲਾਂਕਿ ਉਹਦੇ ਵਿੱਚ ਮਸਲਾ ਕੋਈ ਨਹੀਂ ਏਡਾ ਹੈਗਾ ਜੀ, ਮਕੈਨੀਕਲ ਚੀਜ਼ ਹੈ ਕਿ ਉਹਨੂੰ ਤੁਸੀਂ ਖੋਲੋਗੇ ਤੁਹਾਡੇ ਅੱਗੇ ਆ ਜਾਣੀ ਹੈ ਸਾਰੀ। ਮੈਂ ਉਹਦਾ 4x4 ਦੀ ਪਿੰਨ ਨਿਕਲ ਗਈ, ਇੱਥੇ ਮੁੰਡੇ ਨੂੰ ਮੈਂ ਆਖਿਆ ਯਾਰ ਇਹ ਆਉਂਦਾ ਜੀ ਮੈਰ ਤੇ ਵਾਸਤਾ ਹੋਣੀ ਹੈ, ਕੀ ਚੀਜ਼ ਆ ਮੈਨੂੰ ਕੀ ਪਤਾ, ਉਹਨੂੰ ਇੱਥੋਂ ਖੋਲ, ਉਹਨੇ ਖੋਲਿਆ, ਮੈਂ ਇੱਥੋਂ ਵੀ ਖੋਲ, ਉਹਨੇ ਖੋਲਿਆ, ਉਹ ਥੱਲੇ ਗੇਅਰ ਬਕਸ ਜਿਹੜਾ ਇਹਦਾ 4x4 ਦਾ ਥੱਲੇ ਲਾਤਾ ਥੱਲੇ ਫਾਈਲ ਕੱਢ ਕੇ। ਮੈਂ ਕਿਹਾ ਇਹਦਾ ਕੀ ਹੈ ਗੇਅਰ 'ਚ, ਆਂਦਾ ਜੀ ਇਹ ਤੇ ਕੁਝ ਵੀ ਨਹੀਂ। ਮੈਂ ਫੇਰ ਆਹ ਪਿੰਨ ਪਾਈ, ਪਿੰਨ ਠੋਕੀ ਵਿੱਚ, ਤੇ ਉਹ ਸਰ ਨਦੀਮ ਸਾਹਿਬ ਸੁਣ ਰਹੇ ਹੋ ਨਾ, ਸਾਡੇ ਜਿਹੜੇ ਇਲਾਕੇ ਦੇ ਮਿਸਤਰੀ ਹਨ ਨਾ, ਬਸ ਐਸੇ ਤਰ੍ਹਾਂ ਦੇਖੋ ਹਰ ਇਲਾਕੇ ਦੇ ਮਿਸਤਰੀ ਐਵੇਂ ਦੇ ਇਲਾਕੇ ਦੇ ਹੱਥ ਕਰਨਗੇ, ਹੱਥ ਨਹੀਂ ਪਾਉਣਗੇ, ਪਤਾ ਨਹੀਂ ਇਹਦੇ ਵਿੱਚੋਂ ਕੀ ਨਿਕਲ ਅਸਲ ਵਿੱਚ ਹਾਜੀ ਸਾਹਿਬ ਇਹ ਮਸਲਾ ਕੀ ਹੈ ਵੀ ਇਹ ਮਿਸਤਰੀਆਂ ਨੂੰ ਕਿਉਂ ਨਹੀਂ ਪਤਾ। ਮੈਨੂੰ ਤਾਂ ਇਹ ਹੀ ਲੱਗਦਾ ਹੈ ਕਿ ਜਿਹੜੇ ਜਿਹਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਉਹ ਬਾਲ, ਜਿਹੜਾ ਬਾਲ ਸਾਰਾ ਦਿਨ ਨਕਮਾ ਹੁੰਦਾ ਨਾ, ਉਹਨੂੰ ਜਾਂ ਤੇ ਉਹਨੂੰ ਹਿਫਜ਼ ਤੇ ਪਾ ਦਿੰਦੇ ਆ, ਤੇ ਜਾਂ ਉਹਨੂੰ ਮਿਸਤਰੀਆਂ ਕੋਲ ਘੱਲ ਦਿੰਦੇ ਆ। ਮਿਸਤਰੀਆਂ ਕੋ ਕਲਾ ਦਿੰਦੇ। ਸਭ ਤੋਂ ਮਾੜਾ ਬੱਚਾ ਜਿਹੜਾ ਹੈ ਨਾ, ਉਹ ਮਿਸਤਰੀਆਂ ਕੋ ਭੇਜ ਦਿੰਦੇ। ਮੇਰੇ ਕੋਲ